ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਹਰਿ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚਹਿ ਬਾਰੰਬਾਰਾ। ਰਹਾਉ ਅੰਧਿਆਰੇ ਦੀਪਕ ਚਹੀਐ ਇਕ ਬਸਤ ਅਗੋਚਰ ਲਹੀਐ। ਬਸਤ ਅਗੋਚਰ ਪਾਈ ਘਟ ਦੀਪਕ ਰਹਿਆ ਸਮਾਈ। ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ। ਕਿਆ ਪੜ੍ਹੀਐ ਕਿਆ ਗੁਣੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੇ ਅੰਦਰ ਭਗਤ ਰਵਿਦਾਸ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਪਰਮੇਸ਼ਰ ਦੀ ਭਗਤੀ ਨੂੰ ਸਭ ਤੋਂ ਉੱਤਮ ਦੱਸਦੇ ਹੈ। ਕੋਈ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਹੋਇਆ ਪੰਡਤ ਵਿਦਵਾਨ ਸੱਜਣ ਭਗਤ ਜੀ ਦੇ ਪਾਸ ਆਇਆ ਔਰ ਕਹਿਣ ਲੱਗਿਆ ਕਿ ਤੁਸੀਂ ਵੇਦਾਂ ਨੂੰ ਸ਼ਾਸਤਰਾਂ ਨੂੰ ਪੁਰਾਣਾਂ ਨੂੰ ਪੜ੍ਹਿਆ ਕਰੋ, ਕਿਉਂਕਿ ਤੁਹਾਡੇ ਕੋਲ ਬ੍ਰਹਮ ਦੀ ਵਿੱਦਿਆ ਨਹੀਂ ਹੈ। ਜਿੰਨਾ ਚਿਰ ਇਹ ਸ਼ਾਸਤਰੀ ਗਿਆਨ ਨਹੀਂ ਹੈ, ਉਨਾ ਚਿਰ ਮੁਕਤੀ ਨਹੀਂ ਹੁੰਦੀ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਪਰਮੇਸ਼ਰ ਦੀ ਭਗਤੀ ਦੀ ਮਹਿਮਾ ਦੱਸਦੇ ਹੈ ਕਿ ਸਭ ਤੋਂ ਉੱਤਮ ਉਹ ਪ੍ਰਭੂ ਪਰਮੇਸ਼ਰ ਦੀ ਭਗਤੀ ਹੈ। ਭਗਤੀ ਦੁਆਰਾ ਹੀ ਇਹ ਸੰਸਾਰ ਦੇ ਜਿਤਨੇ ਬੰਧਨ ਹਨ, ਉਹਨਾਂ ਤੋਂ ਜੀਵ ਦਾ ਛੁਟਕਾਰਾ ਹੁੰਦਾ ਹੈ। ਜੰਮਣ ਅਤੇ ਮਰਨ ਦਾ ਛੁਟਕਾਰਾ ਹੁੰਦਾ ਹੈ। ਉਸ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਬਚਨ ਉਚਾਰਨ ਕੀਤੇ ਹਨ ਕਿ ਹਰਿ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚ ਹੈ ਬਾਰੰਬਾਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰੀ ਪ੍ਰਮਾਤਮਾ ਪਰਮੇਸ਼ਰ ਦਾ ਜਿਹੜਾ ਨਾਮ ਹੈ, ਉਸ ਨੂੰ ਤੂੰ ਨਹੀਂ ਜਪਦਾ। ਕਿਆ ਸੋਚ ਹੈ ਬਾਰੰਬਾਰਾ, ਤੇ ਵਾਰ-ਵਾਰ ਕਿਹੜੀਆਂ ਸੋਚਾਂ ਦੇ ਵਿੱਚ, ਕਿਹੜੀਆਂ ਵਿਚਾਰਾਂ ਦੇ ਵਿੱਚ ਤੂੰ ਫਿਰਦਾ ਰਹਿੰਦਾ ਹੈ ਕਿ ਇਹਨਾਂ ਗ੍ਰੰਥਾਂ ਨੂੰ ਵਾਚ ਕੇ ਫਿਰ ਇਹਨਾਂ ਦੀ ਵਿਦਵਤਾ ਜਿਹੜੀ ਹੈ ਉਹਦੇ ਨਾਲ ਹੋਰ ਦੂਸਰਿਆਂ ਨੂੰ ਵਿੱਦਿਆ ਦੇ ਨਾਲ ਹਰਾ ਕੇ ਆਪਣੀ ਜਿੱਤ ਕਰਾਉਣੀ, ਆਪਣੀ ਵਡਿਆਈ ਕਰਾਉਣੀ, ਸ਼ੋਭਾ ਕਰਾਉਣੀ। ਇਹਨਾਂ ਸੋਚਾਂ ਦੇ ਵਿੱਚ ਵਾਰ-ਵਾਰ ਤੂੰ ਪਿਆ ਰਹਿੰਦਾ, ਪਰ ਉਹ ਪ੍ਰਮਾਤਮਾ ਦਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਸ ਨੂੰ ਨਹੀਂ ਜਪਦਾ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕਾਂ ਦੇ ਅੰਦਰ ਵੀ ਬਚਨ ਕਹੇ ਹਨ, ਮੈਂ ਜਾਣਿਓ ਪੜ੍ਹਬੋ ਭਲੋ।
ਪੜ੍ਹਵੇ ਸਿਉ ਭਲ ਜੋਗ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਜਾਣਿਆ ਸੀ ਵੀ ਪੜ੍ਹਨਾ ਜਿਹੜਾ ਹੈ ਇਹ ਚੰਗਾ ਹੈ, ਪਰ ਉਹਦੇ ਤੋਂ ਵੀ ਚੰਗਾ ਹੈ ਪਰਮੇਸ਼ਰ ਦੇ ਨਾਲ ਜੋ ਕਹੀਏ ਜੁੜ ਜਾਣਾ। ਕਿਉਂਕਿ ਇੱਕ ਇਲਮ ਹੈ, ਇੱਕ ਅਮਲ ਹੈ। ਇਲਮ ਜਿਹੜਾ ਹੈ ਉਹ ਗਿਆਨ ਹੈ ਧਾਰਮਿਕ ਪੁਸਤਕਾਂ ਦਾ, ਵੇਦਾਂ ਸ਼ਾਸਤਰਾਂ ਦਾ। ਜੇ ਉਸ ਇਲਮ ਦੇ ਉੱਤੇ ਅਮਲ ਨਾ ਹੋਵੇ, ਉਹਦੇ ਵਿੱਚ ਧਾਰਨਾ ਨਾ ਹੋਵੇ, ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਨਾ ਹੋਵੇ, ਫਿਰ ਉਹ ਇਲਮ ਜਿਹੜਾ ਉਹ ਵੀ ਇੱਕ ਵਿਦਵਾਨ ਕਹਿੰਦੇ ਕਿ ਸਿਰਦਰਦੀ ਹੈ, ਸਿਰ ਹੀ ਦਿਖਾਉਣਾ ਹੈ ਵਾਧੂ ਦਾ। ਜੇ ਉਹਦੇ 'ਤੇ ਅਮਲ ਹੀ ਨਹੀਂ ਕੀਤਾ ਅਤੇ ਉਹਨਾਂ ਨੂੰ ਪੜ੍ਹ ਪੜ੍ਹ ਕੇ, ਯਾਦ ਕਰ ਕਰ ਕੇ, ਸੁਣਾ ਸੁਣਾ ਕੇ, ਅਤੇ ਇੱਕ ਦਿਮਾਗ ਦੀ ਕਸਰਤ ਤੋਂ ਵੱਧ ਕੇ ਕੁਝ ਨਹੀਂ ਹੈ। ਇਸੇ ਪ੍ਰਕਾਰ ਹੀ ਦੂਸਰੇ ਬੰਨੇ ਜੇ ਕੇਵਲ ਅਮਲ ਹੀ ਅਮਲ ਹੈ, ਗਿਆਨ ਨਹੀਂ ਹੈ, ਸੋਝੀ ਨਹੀਂ ਹੈ, ਅਤੇ ਉਹ ਕਹਿੰਦੇ ਗੁੰਮਰਾਹ ਹੋ ਜਾਣਾ। ਉਹ ਵੀ ਅਸਲੀ ਰਸਤੇ ਤੋਂ ਪਾਸੇ ਹੋ ਜਾਣਾ, ਲਾਂਭੇ ਹੋ ਜਾਣਾ। ਜਦੋਂ ਗਿਆਨ ਹੀ ਨਹੀਂ, ਜਿਸ ਨੂੰ ਕਿਸੇ ਨੇ ਰੱਬ ਦੱਸਿਆ ਉਸੇ ਨੂੰ ਹੀ ਮੰਨੀ ਜਾਣਾ, ਸ਼ਰਧਾ ਅਧੀਨ ਹੋ ਕੇ, ਵਿਸ਼ਵਾਸ ਅਧੀਨ ਹੋ ਕੇ। ਪਰ ਜੇ ਗਿਆਨ ਹੈ ਜੀਵ ਦੇ ਕੋਲ, ਫਿਰ ਰੱਬ ਨੂੰ ਹੀ ਰੱਬ ਮੰਨਦਾ, ਹੋਰ ਹਰੇਕ ਸ਼ੈ ਨੂੰ ਨਹੀਂ ਵੀ ਇਹ ਵੀ ਰੱਬ ਹੈ, ਇਹ ਵੀ ਰੱਬ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ ਕਿ ਇਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ, ਧਾਰਮਿਕ ਪੁਸਤਕਾਂ ਨੂੰ, ਜਿੰਨੀ ਵਿੱਦਿਆ ਹੈ ਇਹਨੂੰ ਪੜ੍ਹ ਕੇ, ਇਹਦੇ 'ਚੋਂ ਨਿਚੋੜ ਇਹੀ ਨਿਕਲਦਾ ਕਿ ਪਰਮੇਸ਼ਰ ਦੀ ਭਗਤੀ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਇਹੀ ਸਾਰ ਸਿਧਾਂਤ ਨਿਚੋੜ ਹੈ। ਸਗਲ ਮਤਾਂਤ ਕੇਵਲ ਹਰ ਨਾਮ। ਸਾਰੇ ਮਤਾਂ ਦਾ ਅੰਤ ਕੀ ਹੈ, ਨਿਚੋੜ ਕੀ ਹੈ ਕਿ ਪਰਮੇਸ਼ਰ ਦਾ ਨਾਮ ਜਪਣਾ। ਪਰ ਧਾਰਮਿਕ ਗ੍ਰੰਥਾਂ ਦੇ ਅੰਦਰ ਐਸਾ ਜ਼ਿਕਰ ਆਉਂਦਾ ਹੈ ਕਿ ਜਿਹੜੀ ਵਿੱਦਿਆ ਹੈ ਇਹ ਵੀ ਦੋ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ। ਇੱਕ ਤਾਂ ਉਹ ਲੋਕ ਹਨ ਜਿਹੜੇ ਵਿੱਦਿਆ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ, ਆਪਣੇ ਆਪੇ ਨੂੰ ਸਵਾਰ ਲੈਂਦੇ, ਉਹਦੇ 'ਤੇ ਚੱਲ ਕੇ ਆਪਣੇ ਜੀਵਨ ਦੇ ਔਗਣ, ਦੋਸ਼, ਗੁਨਾਹ ਛੱਡ ਜਾਂਦੇ ਹੈ, ਜੀਵਨ ਸਫਲ ਕਰ ਜਾਂਦੇ ਹੈ, ਸੰਸਾਰ ਦੇ ਅੰਦਰ ਪੜ੍ਹੀ ਹੋਈ ਵਿੱਦਿਆ ਨੂੰ ਸਫਲਿਆਂ ਕਰ ਜਾਂਦੇ ਹੈ। ਔਰ ਦੂਸਰੇ ਬੰਨੇ ਉਹ ਲੋਕ ਹਨ ਜਿਹੜੇ ਇਹਨਾਂ ਨੂੰ ਪੜ੍ਹ ਕੇ, ਵਿੱਦਿਆ ਨੂੰ ਹਾਸਲ ਕਰਕੇ ਹੋਰ ਲੋਭੀ, ਲਾਲਚੀ, ਕ੍ਰੋਧੀ ਵਿਕਾਰਾਂ ਦੇ ਅਧੀਨ ਹੋ ਜਾਂਦੇ। ਨੀਤੀਵਾਨਾਂ ਨੇ ਬਚਨ ਕੀਤੇ ਹਨ, ਇਹ ਵੇਦ ਕੋ ਗਿਆਨ ਸੁਜਾਨਨ ਕੋ, ਅਭਿਮਾਨ ਮਦੈ ਵਿਕਾਰ ਵਿਨਾਸੇ। ਕਿ ਜਿਹੜੇ ਅਭਿਮਾਨ, ਹੰਕਾਰ ਆਦਿਕ ਜਾਂ ਕਾਮ, ਕ੍ਰੋਧ, ਲੋਭ, ਮੋਹ ਵਿਸ਼ੇ ਵਿਕਾਰ ਹਨ, ਇਹਨਾਂ ਨੂੰ ਜਿਹੜਾ ਸੁਜਾਨਨ ਕਹੀਏ, ਕੋਈ ਸਿਆਣਾ ਪੁਰਸ਼ ਹੈ, ਉਹ ਪੜ੍ਹ ਕੇ ਖਤਮ ਕਰ ਲੈਂਦਾ ਆਪਣੇ ਅੰਦਰੋਂ। ਵੀ ਵੇਦ ਸ਼ਾਸਤਰ ਇਹ ਕਹਿੰਦੇ ਵੀ ਇਹਨਾਂ ਦਾ ਤਿਆਗ ਕਰੋ, ਇਹਨਾਂ ਤੋਂ ਆਪਣੇ ਜੀਵਨ ਦੇ ਵਿੱਚ ਇਹ ਨਾ ਧਾਰਨ ਕਰੋ, ਮਾੜੇ ਕਰਮ ਜਿਹੜੇ ਉਹਨਾਂ ਨੂੰ ਛੱਡੋ। ਉਹ ਉਹਨਾਂ ਤੋਂ ਸੇਧ ਲੈ ਕੇ ਛੱਡ ਜਾਂਦਾ, ਔਗਣਾਂ ਦਾ ਤਿਆਗ ਕਰ ਜਾਂਦਾ। ਪਰ ਪੁੰਨ ਕਿਚਿਤ ਨੀਚਨ ਕੋ ਬਹੁ ਬੋਧ, ਵਧੈ ਅਭਿਮਾਨ ਵਿਕਾਰ ਨਿਵਾਸੇ। ਕਹਿੰਦੇ ਜੇ ਕਿਤੇ ਉਹੀ ਵੇਦਾਂ ਸ਼ਾਸਤਰਾਂ ਦਾ ਬੋਧ ਕਿਸੇ ਮੂਰਖ ਨੂੰ ਹੋ ਜਾਏ, ਉਹ ਵਿੱਦਿਆ ਦਾ ਹੰਕਾਰ ਕਰ ਲਵੇ, ਉਹਦੇ ਅੰਦਰ ਉਹ ਔਗਣ, ਉਹ ਵਿਕਾਰ ਜਿਹੜੇ ਹੋਰ ਵਸ ਜਾਂਦੇ, ਹੋਰ ਲੋਭੀ ਲਾਲਚੀ ਬਣ ਜਾਂਦਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਉਹ ਪੜ੍ਹਿਆ ਹੋਇਆ ਵੀ ਮੂਰਖ ਹੈ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਉਪਦੇਸ਼ ਕਰਦੇ ਹਨ ਕਿ ਚਾਹੇ ਕੋਈ ਪੜ੍ਹਿਆ ਹੈ, ਚਾਹੇ ਕੋਈ ਅਨਪੜ੍ਹ ਹੈ, ਛੁਟਕਾਰਾ ਸਭ ਦਾ ਭਗਤੀ ਦੁਆਰਾ ਹੀ ਹੋਣਾ, ਨਾਮ ਦੁਆਰਾ ਹੀ ਹੋਣਾ।
ਇਸੇ ਕਰਕੇ ਭਗਤ ਜੀ ਦੇ ਬਚਨ ਆਉਂਦੇ ਹਨ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਭਗਤ ਜੀ ਕਹਿੰਦੇ ਹਨ ਕਿ ਚਾਹੇ ਕੋਈ ਵੇਦਾਂ ਸ਼ਾਸਤਰਾਂ ਦਾ ਗਿਆਤਾ ਪੜ੍ਹਿਆ ਹੋਇਆ ਹੈ ਅਤੇ ਚਾਹੇ ਕੋਈ ਕੋਰਾ ਅਨਪੜ੍ਹ ਹੈ, ਅੱਖਰ ਵੀ ਨਹੀਂ ਪਤਾ, ਪਰ ਜੇ ਉਹਨੂੰ ਸਿਧਾਂਤ ਦਾ ਪਤਾ ਹੈ, ਅਸਲੀ ਵਸਤੂ ਦਾ ਪਤਾ ਹੈ ਕਿ ਇਹ ਪਰਮੇਸ਼ਰ ਹੈ ਅਤੇ ਇਹ ਉਹਦਾ ਨਾਮ ਹੈ, ਅਤੇ ਜਪ ਕੇ ਜੀਵਨ ਜਿਹੜਾ ਸਫਲ ਹੋਣਾ, ਫਿਰ ਉਹ ਆਪਣਾ ਜੀਵਨ ਤੇ ਸਫਲ ਕਰ ਜਾਂਦਾ, ਚਾਹੇ ਹੋਰ ਦਾ ਕਰੇ ਨਾ ਕਰੇ। ਦੂਸਰੇ ਬੰਨੇ ਜਿਹੜਾ ਕੋਈ ਪੜ੍ਹਿਆ ਲਿਖਿਆ ਹੈ, ਜੇ ਉਹਦੇ 'ਤੇ ਅਮਲ ਨਹੀਂ, ਉਹਦਾ ਆਪਦਾ ਜੀਵਨ ਵੀ ਨਹੀਂ ਸਫਲ ਹੁੰਦਾ ਅਤੇ ਹੋਰਾਂ ਨੂੰ ਵੀ ਸਿੱਧੇ ਰਸਤੇ ਨਹੀਂ ਪਾ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਮਹਿਮਾ, ਪਰਮਾਤਮਾ ਦੀ ਭਗਤੀ ਦਾ ਸਿਧਾਂਤ ਜੋ ਹੈ ਉਸ ਨੂੰ ਬਿਆਨ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ ਜੀ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਕਿਆ ਪੜ੍ਹੀਐ ਕਿਆ ਗੁਣੀਐ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਿ ਕੀ ਪੜ੍ਹੀਏ, ਸ਼ਾਸਤਰਾਂ ਨੂੰ, 6 ਸ਼ਾਸਤਰ ਹਨ ਉਹਨਾਂ ਨੂੰ ਪੜ੍ਹੀਏ, ਕਿਆ ਗੁਣੀਐ, ਕੀ ਫਿਰ ਉਹਨਾਂ ਨੂੰ ਗੁਣੀਆਂ ਕਹੀਏ, ਵਿਚਾਰ ਨਾ ਕਰੀਏ, ਚੰਗੀ ਤਰ੍ਹਾਂ ਉਹਨਾਂ ਦਾ ਨਿਚੋੜ ਕੱਢੀਏ, ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਘੋਖਿਆ ਜਾਵੇ। ਕਿਆ ਵੇਦ ਪੁਰਾਨਾ ਸੁਣੀਐ। ਤੇ ਕੀ ਇਹ 4 ਵੇਦਾਂ ਨੂੰ ਪੜ੍ਹਨਾ ਹੈ, 18 ਪੁਰਾਣਾਂ ਨੂੰ ਪੜ੍ਹਨਾ ਹੈ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ। ਚਾਹੇ ਕੋਈ 6 ਸ਼ਾਸਤਰ ਪੜ੍ਹਿਆ ਹੈ, ਚਾਹੇ 4 ਵੇਦਾਂ ਦਾ ਵਕਤਾ ਹੈ, ਇਸੇ ਤਰ੍ਹਾਂ ਹੀ ਚਾਹੇ ਕੋਈ 18 ਪੁਰਾਣਾਂ ਨੂੰ ਪੜ੍ਹਨ ਵਾਲਾ ਹੈ। ਪੜ੍ਹੇ ਸੁਣੇ ਕਿਆ ਹੋਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਪੜ੍ਹ ਕੇ ਔਰ ਇਹਨਾਂ ਦੇ ਸਾਰ ਸਿਧਾਂਤ ਨੂੰ ਸੁਣ ਕੇ ਕੀ ਹੁੰਦਾ ਹੈ। ਜੋ ਸਹਿਜ ਨਾ ਮਿਲਿਓ ਸੋਈ। ਜਿੰਨਾ ਚਿਰ ਸਹਿਜ ਆਤਮਿਕ ਅਡੋਲ ਅਵਸਥਾ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਵਿਦਿਆ ਦੁਆਰਾ ਪਤਾ ਚੱਲ ਜਾਂਦਾ ਵੀ ਆਤਮਾ ਕੀ ਹੈ, ਪਰਮਾਤਮਾ ਕੀ ਹੈ, 3 ਗੁਣ ਕੀ ਹੈ, ਮਾਇਆ ਕੀ ਹੈ, ਬ੍ਰਹਮ ਕੀ ਹੈ, ਈਸ਼ਰ ਕੀ ਹੈ, ਜੀਵ ਕੀ ਹੈ, ਸਾਰਾ ਕੁਝ ਪਤਾ ਚੱਲ ਜਾਂਦਾ। ਪਰ ਜੇ ਉਹਨੂੰ ਪ੍ਰਤੱਖ ਰੂਪ ਦੇ ਅੰਦਰ ਪ੍ਰਗਟ ਕਰਨਾ, ਉਹ ਅਵਸਥਾ 'ਤੇ ਪਹੁੰਚਣਾ, ਫਿਰ ਉਹਦੇ ਵਾਸਤੇ ਤਾਂ ਕਮਾਈ ਹੈ, ਅਭਿਆਸ ਹੈ। ਵੀ ਜਿਵੇਂ ਕੋਈ ਇੱਥੋਂ ਅੰਮ੍ਰਿਤਸਰ ਸਾਹਿਬ ਦਾ ਰਸਤਾ ਸੁਣ ਲਵੇ ਕਿਸੇ ਤੋਂ ਵੀ ਇੱਧਰ ਦੀ ਜਾਂਦਾ, ਆਹ ਸ਼ਹਿਰ ਆਉਂਦਾ, ਇੱਥੋਂ ਮੁੜਨਾ ਇੰਨੇ ਕਿਲੋਮੀਟਰ ਹੈ ਅਤੇ ਇੰਨੇ ਘੰਟਿਆਂ ਦਾ ਸਫ਼ਰ ਹੈ, ਸੁਣ ਲਿਆ, ਪਰ ਜੇ ਉਹਨੇ ਪਹੁੰਚਣਾ ਤਾਂ ਉਹਨੂੰ ਤੁਰਨਾ ਪੈਣਾ, ਉਹ ਸਾਰਾ ਪੈਂਡਾ ਤੈਅ ਕਰਨਾ ਪੈਣਾ, ਫਿਰ ਅੰਮ੍ਰਿਤਸਰ ਪਹੁੰਚਦਾ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਵੇਦਾਂ ਸ਼ਾਸਤਰਾਂ ਦਾ ਗਿਆਨ, ਵਿਦਿਆ, ਬ੍ਰਹਮ ਦੀ ਵਿਚਾਰ ਜ਼ਰੂਰ ਹੈ, ਪਰ ਇਹਨਾਂ ਨੂੰ ਪੜ੍ਹ ਸੁਣ ਕੇ ਜੇ ਉਹਨਾਂ 'ਤੇ ਅਮਲ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਜੋ ਸਹਿਜ ਨਾ ਮਿਲਿਓ ਸੋਈ, ਫਿਰ ਜਿਹੜੀ ਆਤਮਿਕ ਅਡੋਲ ਅਵਸਥਾ ਹੈ, ਆਤਮਾ ਅਤੇ ਪਰਮਾਤਮਾ ਦੀ ਏਕਤਾ ਵਾਲੀ ਜਿਹੜੀ ਅਵਸਥਾ ਹੈ, ਉਹ ਨਹੀਂ ਪ੍ਰਾਪਤ ਹੁੰਦੀ। ਹਰਿ ਕਾ ਨਾਮ ਨਾ ਜਪਿ ਗਵਾਰਾ। ਇਸ ਕਰਕੇ ਭਗਤ ਜੀ ਕਹਿੰਦੇ ਹਰੀ ਪਰਮਾਤਮਾ ਦੇ ਨਾਮ ਨੂੰ ਇਹ ਗਵਾਰ ਬੇਸਮਝ ਜੀਵ ਤੂੰ ਜਪਦਾ ਹੀ ਨਹੀਂ। ਆਪਣੀ ਹੰਗਤਾ ਦੇ ਅੰਦਰ ਹੀ ਕਿ 6 ਸ਼ਾਸਤਰ ਮੈਂ ਪੜ੍ਹੇ ਹੈ, ਵੇਦ ਮੈਂ ਪੜ੍ਹੇ ਹੈ, ਅਤੇ ਉਹ ਇਹ ਗੱਲ ਕਹਿੰਦੇ ਹੈ ਵੀ ਤੂੰ ਹੀ ਬ੍ਰਹਮ ਹੈ, ਤੂੰ ਹੀ ਰੱਬ ਹੈ, ਇਸ ਕਰਕੇ ਮੈਂ ਰੱਬ ਹਾਂ। ਬਸ ਇਸੇ ਗੱਲ 'ਤੇ ਖੜ ਗਿਆ ਵੀ ਮੈਂ ਹੀ ਬ੍ਰਹਮ ਹਾਂ, ਚਾਹੇ ਜੋ ਮੈਂ ਕਰੀ ਜਾਵਾਂ ਇਹਦਾ ਕੋਈ ਫਲ ਨਹੀਂ ਲੱਗਣਾ, ਕਿਉਂਕਿ ਮੈਂ ਬ੍ਰਹਮ ਹਾਂ। ਪਰ ਸਤਿਗੁਰੂ ਜੀ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਹੇ ਗਵਾਰ ਬੇਸਮਝ ਜੀਵ ਤੂੰ ਜਪਦਾ ਹੀ ਨਹੀਂ ਹੈ। ਕਿਆ ਸੋਚ ਹੈ ਬਾਰੰਬਾਰਾ। ਤੇ ਕੀ ਤੂੰ ਵਾਰ-ਵਾਰ ਸੋਚਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ ਕਿ ਆਹ ਸ਼ਾਸਤਰ ਆਹ ਕਹਿੰਦਾ ਹੈ, ਆਹ ਵੇਦ ਆਹ ਕਹਿੰਦਾ ਹੈ, ਆਹ ਸੁਰਤੀ ਆਹ ਕਹਿੰਦੀ ਹੈ,
ਦੂਜੇ ਦਾ ਮਤ ਖੰਡਨ ਕਰਨ ਦੀਆਂ ਵਿਚਾਰਾਂ, ਆਪਣਾ ਪ੍ਰਗਟ ਕਰਨ ਦੀਆਂ, ਦੂਜੇ ਨੂੰ ਹਰਾਉਣ ਦੀਆਂ, ਆਪ ਜਿੱਤਣ ਦੀਆਂ, ਇਹ ਸਾਰੀਆਂ ਜਿੰਨੀਆਂ ਵਿਚਾਰਾਂ ਹਨ ਤੇ ਆਪਣੀ ਬੁੱਧੀ ਦੇ ਨਾਲ, ਦਿਮਾਗ ਦੇ ਨਾਲ ਤੂੰ ਘੜਦਾ ਰਹਿਣਾ ਹੈ, ਪਰ ਪਰਮੇਸ਼ਰ ਦੀ ਭਗਤੀ ਤੇ ਨਾਮ ਤੇ ਸਿਮਰਨ ਇੱਧਰਲੇ ਪਾਸੇ ਆਉਂਦਾ ਹੀ ਨਹੀਂ ਹੈ। ਰਹਾਉ ਅੰਧਿਆਰੇ ਦੀਪਕ ਚਹੀਐ। ਫਿਰ ਉਹ ਜਿਹੜਾ ਪੰਡਤ ਸੀ, ਵਿਦਵਾਨ ਸੀ, ਕਹਿਣ ਲੱਗਿਆ ਜੀ ਫਿਰ ਇਹਨਾਂ ਨੂੰ ਪੜ੍ਹਨ ਦੇ ਨਾਲ ਹੀ ਤੇ ਕੁਝ ਨਾ ਕੁਝ ਪ੍ਰਾਪਤ ਹੁੰਦਾ। ਤਾਂ ਭਗਤ ਜੀ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਵੀ ਹਨੇਰਾ ਜਿਹੜਾ ਹੈ ਉਹਨੂੰ ਦੂਰ ਕਰਨ ਵਾਸਤੇ ਦੀਵਾ ਚਾਹੀਦਾ ਹੈ। ਤੇ ਜੇ ਉਹ ਕੇਵਲ ਦੀਵੇ ਨੂੰ ਹੀ ਸਭ ਕੁਝ ਮੰਨੀ ਜਾਏ, ਨਾ ਹਨੇਰੇ ਵੱਲ ਵੇਖੇ, ਨਾ ਉਹ ਹਨੇਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ, ਕੇਵਲ ਦੀਵਾ ਹੀ ਫੜ ਕੇ ਬੈਠਾ ਰਵੇ। ਇਸ ਕਰਕੇ ਭਗਤ ਜੀ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਹਨੇਰੇ ਨੂੰ ਦੂਰ ਕਰਨ ਵਾਸਤੇ ਜਿਹੜਾ ਗਿਆਨ ਦਾ, ਵਿਦਿਆ ਦਾ ਦੀਵਾ ਹੈ, ਇਹਦੀ ਲੋੜ ਪੈਂਦੀ ਹੈ। ਇੱਕ ਵਸਤ ਅਗੋਚਰ ਲਹੀਐ। ਤੇ ਇੱਕ ਵਸਤੂ ਜਿਹੜੀ ਹੈ ਅਗੋਚਰ, ਜਿਹੜੀ ਇੰਦਰੀਆਂ ਕਰਕੇ ਅਵਿਸ਼ੇ ਹੈ, ਜਿਸ ਵਸਤੂ ਨੂੰ ਨਾ ਅੱਖਾਂ ਵੇਖ ਸਕਦੀਆਂ, ਨਾ ਕੰਨ ਸੁਣ ਸਕਦੇ ਹੈ, ਨਾ ਹੱਥਾਂ ਨਾਲ ਫੜੀ ਜਾਂਦੀ ਹੈ, ਤੇ ਨਾ ਉਹਦਾ ਕਿਸੇ ਵੀ ਇੰਦਰੀਏ ਦੁਆਰਾ ਪਹੁੰਚ ਉਹਦੇ ਤੱਕ ਹੈ। ਇੰਦਰੀਆਂ ਤੋਂ ਅਵਿਸ਼ੇ ਜਿਹੜਾ, ਉਹ ਕੀ ਹੈ? ਬ੍ਰਹਮ ਹੈ, ਉਹ ਆਤਮਾ ਹੈ, ਪਰਮਾਤਮਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਵਸਤ ਅਗੋਚਰ ਲਹੀ ਹੈ, ਜਿਹੜੀ ਇੰਦਰੀਆਂ ਕਰਕੇ ਅਵਿਸ਼ੇ ਵਸਤੂ ਬ੍ਰਹਮ ਹੈ, ਉਹਨੂੰ ਲਖਤਾ ਲੈਣ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਕੁਝ ਨਾ ਕੁਝ ਜਿਹੜਾ ਸਿਧਾਂਤ ਹੈ, ਵਿਦਿਆ ਹੈ, ਅੰਧੇਰੇ ਨੂੰ ਦੂਰ ਕਰਨ ਵਾਸਤੇ ਚਾਨਣ ਦਾ ਕੰਮ ਕਰਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਵੇਂ ਕੋਈ ਦੀਵਾ ਜਗਾ ਲਵੇ, ਦੀਵੇ ਨੂੰ ਜਗਾ ਕੇ ਉਹਦੇ ਚਾਨਣ ਦੇ ਵਿੱਚ ਉਹ ਜੋ ਕਰਮ ਕਰੀ ਜਾਏ, ਉਹਦੇ 'ਚ ਦੀਵੇ ਦਾ ਕੋਈ ਕਸੂਰ ਨਹੀਂ ਹੈ। ਚਾਹੇ ਉਹ ਦੀਵੇ ਦੇ ਚਾਨਣੇ ਜੂਆ ਖੇਡੀ ਜਾਏ, ਚਾਹੇ ਉਹ ਦੀਵੇ ਦੇ ਚਾਨਣੇ ਮਾਲਾ ਲੈ ਕੇ ਭਗਤੀ ਕਰੀ ਜਾਏ, ਚਾਹੇ ਉਹ ਬਾਣੀ ਪੜ੍ਹੀ ਜਾਏ, ਉਹਦੇ 'ਚ ਦੀਵੇ ਦਾ ਕੋਈ ਕਸੂਰ ਨਹੀਂ ਹੈ। ਵਿਦਿਆ ਜਿਹੜੀ ਹੈ ਉਹ ਆਪਦੀ ਜਗ੍ਹਾ 'ਤੇ ਸਹੀ ਹੈ, ਪਰ ਉਹਨੂੰ ਪੜ੍ਹ ਕੇ ਜੀਵ ਨੇ ਕਿਵੇਂ ਉਹਦੇ 'ਤੇ ਲਾਗੂ ਹੋਇਆ, ਕਿਵੇਂ ਉਹਨੂੰ ਧਾਰਨ ਕੀਤਾ, ਲੋਭੀ ਲਾਲਚੀ ਹੋਰ ਬਣ ਗਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਹਨੇਰੇ ਨੂੰ ਦੂਰ ਕਰਨ ਵਾਸਤੇ ਗਿਆਨ ਦਾ ਜਿਹੜਾ ਦੀਵਾ ਉਹ ਚਾਹੀਦਾ ਹੈ। ਇੱਕ ਵਸਤ ਅਗੋਚਰ ਲਹੀ ਹੈ, ਜਿਹੜੀ ਇੱਕ ਇੰਦਰੀਆਂ ਤੋਂ ਅਵਿਸ਼ੇ ਵਸਤੂ ਬ੍ਰਹਮ ਹੈ, ਉਹਦੀ ਪ੍ਰਾਪਤੀ ਵਾਸਤੇ ਵਸਤ ਅਗੋਚਰ ਪਾਈ। ਭਗਤ ਜੀ ਕਹਿੰਦੇ ਜਿਸ ਕਰਕੇ ਉਸ ਵਿਦਿਆ ਨੂੰ ਪੜ੍ਹ ਕੇ ਉਹਦੇ 'ਤੇ ਅਮਲ ਕਰਕੇ, ਭਗਤੀ ਕਰਕੇ, ਨਾਮ ਜਪ ਕੇ ਉਹ ਜਿਹੜੀ ਬ੍ਰਹਮ ਵਸਤੂ ਸੀ ਉਸ ਨੂੰ ਪ੍ਰਾਪਤ ਕਰ ਲਿਆ। ਘਟ ਦੀਪਕ ਰਹਿਆ ਸਮਾਈ। ਫਿਰ ਕਹਿੰਦੇ ਇਹ ਜਿਹੜਾ ਦੀਵਾ ਸੀ ਉਸੇ ਵਿਦਿਆ ਦੇ ਵਿੱਚ, ਉਸ ਬ੍ਰਹਮ ਦੇ ਵਿੱਚ ਹੀ ਸਮਾ ਗਿਆ, ਲੀਨ ਹੋ ਗਿਆ। ਫਿਰ ਇਸ ਗਿਆਨ ਦੀ, ਵਿਦਵਤਾ ਦੀ ਉੱਥੇ ਕੋਈ ਪਹੁੰਚ ਨਹੀਂ ਰਹਿੰਦੀ, ਕਿਉਂਕਿ ਆਤਮਾ ਦੀ ਲਖਤਾ ਵਾਸਤੇ ਵਿਸ਼ੇਸ਼ ਗਿਆਨ ਦੀ ਲੋੜ ਹੈ। ਜੇ ਸਾਡੇ ਅੰਦਰ ਅਗਿਆਨ ਹੈ, ਉਹਨੂੰ ਦੂਰ ਕਰਨ ਵਾਸਤੇ ਗਿਆਨ ਹੀ ਸਾਧਨ ਹੈ। ਪਰ ਜਦੋਂ ਆਤਮਾ ਦੀ ਲਖਤਾ ਹੋ ਜਾਏ, ਜੀਵ ਦੀ ਅਵਸਥਾ ਆਤਮਾ ਅਤੇ ਪਰਮਾਤਮਾ ਦੀ ਏਕਤਾ ਦੀ ਹੋ ਜਾਏ, ਫਿਰ ਜਿਹੜਾ ਕੋਈ ਸਾਧਨ ਹੈ ਵਿਸ਼ੇਸ਼ ਗਿਆਨ ਦਾ ਕੀਤਾ ਹੋਇਆ, ਉਹ ਵੀ ਵਿੱਚ ਹੀ ਲੈ ਹੋ ਜਾਂਦਾ, ਖਤਮ ਹੋ ਜਾਂਦਾ। ਉਹਦੀ ਹੰਗਤਾ ਕਿ ਮੈਂ ਆਹ ਪੜ੍ਹਿਆ ਹੈ, ਮੈਂ ਆਹ ਪੜ੍ਹਿਆ ਹੈ, ਇਹ ਜਿੰਨੀ ਹੰਗਤਾ ਸਭ ਮਿਟ ਜਾਂਦੀ ਹੈ। ਕਹਿ ਕਬੀਰ ਅਬ ਜਾਣਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਬ ਇਸ ਕਾਲ ਦੇ ਅੰਦਰ ਜਾਂ ਇਸ ਮਨੁੱਖੀ ਜਾਮੇ ਦੇ ਅੰਦਰ ਅਸੀਂ ਜਾਣਿਆ ਕਿ ਇਹ ਜਾਣ ਲਿਆ ਹੈ। ਜੋ ਜਾਣਨ ਯੋਗ ਬ੍ਰਹਮ ਹੈ, ਆਤਮਾ ਪਰਮਾਤਮਾ ਹੈ, ਉਸ ਨੂੰ ਪਛਾਣ ਲਿਆ ਹੈ। ਜਬ ਜਾਣਿਆ ਤੋ ਮਨ ਮਾਨਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਜਾਣ ਲਿਆ ਉਸ ਪਰਮੇਸ਼ਰ ਨੂੰ, ਫਿਰ ਸਾਡਾ ਮਨ ਸੀ ਜਿਹੜਾ ਉਹ ਮੰਨ ਗਿਆ। ਜਿਹੜਾ ਮਨ ਤਰ੍ਹਾਂ ਤਰ੍ਹਾਂ ਦੇ ਫੁਰਨਿਆਂ ਦੇ ਵਿੱਚ, ਸੰਕਲਪਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਦੇ ਵਿੱਚ
ਭੱਜਾ ਫਿਰਦਾ ਸੀ, ਉਹ ਜਿਹੜਾ ਮਨ ਸੀ ਉਹ ਪਰਮੇਸ਼ਰ ਦੇ ਵਿੱਚ, ਬ੍ਰਹਮ ਦੇ ਵਿੱਚ ਮੰਨ ਗਿਆ ਹੈ। ਮਨ ਮਾਨੇ ਲੋਗ ਨਾ ਪਤੀਜੈ। ਭਗਤ ਜੀ ਕਹਿੰਦੇ ਜਦੋਂ ਮਨ ਪਰਮੇਸ਼ਰ ਦੇ ਵਿੱਚ ਮੰਨ ਗਿਆ ਫਿਰ ਲੋਗ ਨਾ ਪਤੀਜੈ, ਫਿਰ ਲੋਗ ਨਹੀਂ ਪਤੀਜਦੇ, ਲੋਗ ਨਹੀਂ ਪ੍ਰਸੰਨ ਹੁੰਦੇ। ਲੋਕ ਕਹਿੰਦੇ ਉਹੀ ਕਬੀਰ ਜੁਲਾਹਾ ਹੀ ਹੈ, ਉਹੀ ਖੱਡੀਆਂ ਬੁਣਨ ਵਾਲਾ ਹੈ, ਉਹੀ ਇਹ ਕੰਮ ਕਰਨ ਵਾਲਾ ਨੀਵੇਂ ਘਰਾਂ ਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿੰਨੀ ਲੁਕਾਈ ਹੈ ਦੁਨੀਆ ਹੈ, ਲੋਕ ਹਨ, ਜਦੋਂ ਕੋਈ ਪਰਮੇਸ਼ਰ ਦੇ ਨਾਲ ਅਭੇਦ ਹੋ ਜਾਏ ਫਿਰ ਉਹਨੂੰ ਸਮਝਣਾ ਔਖਾ ਹੈ, ਦੁਨੀਆ ਨਹੀਂ ਸਮਝ ਸਕਦੀ। ਇਸੇ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਕਦੇ ਵੀ ਜੋੜ ਨਹੀਂ ਆਉਂਦਾ। ਸੰਸਾਰੀ ਦੀ ਦ੍ਰਿਸ਼ਟੀ ਹੋਰ ਹੈ, ਭਗਤ ਦੀ ਹੋਰ ਹੈ। ਸੰਸਾਰੀ ਨੇ ਹਰ ਇੱਕ ਜਗ੍ਹਾ ਦੇ ਵਿੱਚ, ਹਰ ਇੱਕ ਜੀਵ ਦੇ ਵਿੱਚ ਆਪਣਾ ਮਨੋਰਥ ਦੇਖਣਾ ਹੁੰਦਾ ਵੀ ਕੀ ਕੁਝ ਮਿਲ ਸਕਦਾ ਇੱਥੋਂ। ਪਰ ਜਿਹੜਾ ਭਗਤ ਹੈ ਉਸ ਨੇ ਉਹ ਪਰਮੇਸ਼ਰ ਦੀ ਸੱਤਾ ਨੂੰ, ਆਤਮਾ ਨੂੰ ਵੇਖਣਾ, ਹਰੇਕ ਦੇ ਵਿੱਚ ਉਸੇ ਦੀ ਸੱਤਾ ਨੂੰ ਪ੍ਰਤੀਤ ਕਰਨਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮਾਨੇ ਲੋਗ ਨਾ ਭਤੀਜੈ। ਮਨ ਮੰਨ ਗਿਆ ਪਰਮੇਸ਼ਰ ਦੇ ਵਿੱਚ ਕਿ ਪ੍ਰਮਾਤਮਾ ਹੈ, ਇੱਦਾਂ ਦਾ ਹੈ, ਇੱਦਾਂ ਉਹਦੀ ਪ੍ਰਾਪਤੀ ਹੋਈ ਹੈ, ਉਹਦਾ ਆਨੰਦ ਹੈ, ਰਸ ਹੈ, ਖੇੜਾ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਨ ਹਰ ਪਾਇਆ ਤਿਨ ਹੈ ਛਪਾਇਆ, ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕਰਕੇ ਅਸਲੀ ਵਸਤੂ ਨੂੰ ਪ੍ਰਾਪਤ ਕਰ ਲਿਆ ਉਹ ਲੁਕ ਜਾਂਦੇ ਆ, ਉਹ ਛੁਪ ਜਾਂਦੇ ਆ। ਕਿਉਂਕਿ ਉਹ ਇਸ ਸੰਸਾਰ ਦੇ ਵਿੱਚ, ਫਿਰ ਕਰਮਾਂ ਕਾਂਡਾਂ ਦੇ ਵਿੱਚ, ਫਿਰ ਲੋਕਾਂ ਦੇ ਵਿੱਚ ਉਹ ਉਸ ਵਸਤੂ ਨੂੰ ਉਜਾਗਰ ਹੀ ਨਹੀਂ ਕਰਦੇ। ਇਸ ਕਰਕੇ ਭਗਤ ਜੀ ਕਹਿੰਦੇ ਹਨ ਮਨ ਮਾਨੇ ਲੋਗ ਨਾ ਭਤੀਜੈ। ਜਦੋਂ ਮਨ ਮੰਨ ਗਿਆ, ਮਨਾਉਣਾ ਤੇ ਮਨ ਨੂੰ ਹੀ ਸੀ, ਲੋਕਾਂ ਨੂੰ ਥੋੜ੍ਹਾ ਮਨਾਉਣਾ ਵੀ ਮੈਂ ਰੱਬ ਦਾ ਭਗਤ ਬਣ ਗਿਆ, ਮੈਂ ਰੱਬ ਦੀ ਭਗਤੀ ਕਰਦਾ। ਇਹ ਤੇ ਮਨ ਨੂੰ ਮਨਾਉਣਾ ਸੀ। ਮਨ ਦੇ ਅੰਦਰੋਂ ਔਗਣ ਮਿਟ ਗਏ, ਮਨ ਸਾਫ ਸੁਥਰਾ ਹੋ ਗਿਆ, ਇਕਾਗਰ ਹੋ ਗਿਆ, ਜੁੜ ਗਿਆ ਪਰਮੇਸ਼ਰ ਦੇ ਵਿੱਚ, ਅਸਲੀ ਪਦਵੀ 'ਤੇ ਪਹੁੰਚ ਗਿਆ। ਇਸ ਕਰਕੇ ਹੁਣ ਭਗਤ ਜੀ ਕਹਿੰਦੇ ਲੋਕ ਨਹੀਂ ਭਤੀਜਦੇ। ਨਾ ਭਤੀਜੈ ਤੋ ਕਿਆ ਕੀਜੈ। ਭਗਤ ਜੀ ਕਹਿੰਦੇ ਫਿਰ ਕੋਈ ਪ੍ਰਵਾਹ ਵੀ ਨਹੀਂ ਹੈ। ਨਾ ਭਤੀਜੈ ਤੋ ਕਿਆ ਕੀਜੈ, ਨਹੀਂ ਕੋਈ ਭਤੀਜਦਾ, ਨਹੀਂ ਪ੍ਰਸੰਨ ਹੁੰਦਾ, ਤੋ ਕਿਆ ਕੀਜੈ, ਫਿਰ ਕੀ ਕੀਤਾ ਜਾ ਸਕਦਾ। ਜਿਵੇਂ ਕੋਈ ਵੱਡਾ ਸ਼ਾਹੂਕਾਰ ਹੋਵੇ, ਬੜੀ ਜਿਹਦੇ ਕੋਲ ਮਾਇਆ ਹੋਵੇ, ਧਨ ਬਹੁਤ ਹੋਵੇ, ਅਤੇ ਲੋਕ ਕਹੀ ਜਾਣ ਵੀ ਇਹ ਕੰਗਾਲ ਹੈ, ਇਹਦੇ ਕੋਲ ਕੁਝ ਨਹੀਂ ਹੈ, ਇਹ ਤਾਂ ਗਰੀਬ ਹੈ, ਇਹ ਤਾਂ ਕੰਗਲਾ ਹੈ, ਅਤੇ ਇਹਦੇ ਨਾਲ ਉਹ ਕੰਗਾਲ ਤਾਂ ਨਹੀਂ ਹੁੰਦਾ, ਉਹਦੇ ਕੋਲ ਤਾਂ ਉਹੀ ਕੁਝ ਰਹਿਣਾ, ਨਾ ਉਹਦਾ ਘਟਣਾ ਨਾ ਵਧਣਾ। ਇਸ ਕਰਕੇ ਭਗਤ ਜੀ ਕਹਿੰਦੇ ਨਾ ਭਤੀਜੈ ਤਉ ਕਿਆ ਕੀਜੈ, ਨਹੀਂ ਕੋਈ ਮੰਨਦਾ ਸੁਣਦਾ ਤਾਂ ਕੀ ਹੈ। ਉਹਨਾਂ ਦਾ ਆਤਮਿਕ ਆਨੰਦ ਜਿਹੜਾ, ਉਹਨਾਂ ਦੀ ਜਿਹੜੀ ਅਵਸਥਾ ਹੈ ਉਹ ਉਸੇ ਤਰ੍ਹਾਂ ਹੀ ਬਣੀ ਹੈ। ਹਿਰਦੈ ਕਪਟ ਮੁਖ ਗਿਆਨੀ। ਅਗਲੇ ਸ਼ਬਦ ਦੇ ਅੰਦਰ ਭਗਤ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਦੇ ਪਾਸ ਕੋਈ ਸਾਧੂਆਂ ਦੀ ਮੰਡਲੀ ਆਈ, ਜਿਹੜੇ ਕੋਈ ਤੀਰਥਾਂ 'ਤੇ ਇਸ਼ਨਾਨ ਕਰਨ ਵਾਲੇ ਸਨ। 68 ਤੀਰਥਾਂ ਦਾ ਇਸ਼ਨਾਨ ਕਰਨ ਜਾਂਦੇ। ਭਗਤ ਜੀ ਨੂੰ ਕਹਿੰਦੇ ਵੀ ਤੁਸੀਂ ਵੀ ਨਾਲ ਚੱਲੋ, 68 ਤੀਰਥਾਂ ਦਾ ਇਸ਼ਨਾਨ ਕਰੋ, ਬਹੁਤ ਵੱਡਾ ਮਹਾਤਮ ਹੈ। ਜਿੰਨੇ ਕਰਮ ਕੀਤੇ ਹੈ, ਗੁਨਾਹ ਕੀਤੇ ਹੈ, ਪਾਪ ਕੀਤੇ ਹੈ, ਸਭ ਮਿਟ ਜਾਂਦੇ ਹੈ। ਤੀਰਥਾਂ 'ਤੇ ਇਸ਼ਨਾਨ ਕਰਨ ਦਾ ਹੀ ਏਡਾ ਵੱਡਾ ਮਹਾਤਮ ਹੈ। ਤਾਂ ਭਗਤ ਕਬੀਰ ਸਾਹਿਬ ਜੀ ਉਸ ਸਮੇਂ ਘਰ ਦੇ ਵਿੱਚ ਬੈਠੇ ਸਨ ਅਤੇ ਇੱਕ ਲੌਕੀ ਹੁੰਦੀ, ਇੱਕ ਤਾਂ ਜਿਸ ਦੀ ਆਪਾਂ ਕੱਦੂ ਦੇ ਨਸਲ ਦੇ ਵਿੱਚ ਆਉਂਦੀ ਉਹਦੀ ਸਬਜ਼ੀ ਬਣਾਈ ਜਾਂਦੀ, ਇੱਕ ਤੁੰਮੇ ਦੀ ਨਸਲ 'ਚ ਆਉਂਦੀ ਲੌਕੀ, ਬੜੀ ਕੌੜੀ ਹੁੰਦੀ, ਕੜੱਤਣ ਵਾਲੀ। ਭਗਤ ਜੀ ਕਹਿੰਦੇ ਵੀ ਆਹ ਲੌਕੀ ਸਾਡੀ ਲੈ ਜਾਓ ਅਤੇ ਇਹਦਾ ਇਸ਼ਨਾਨ ਕਰਾ ਲਿਆਇਓ 68 ਤੀਰਥਾਂ 'ਤੇ, ਅਤੇ ਇਹਦੇ ਵਿੱਚ ਹੀ ਸਾਡਾ ਭਲਾ ਹੋ ਜਾਣਾ, ਇਹਨੂੰ ਤੁਸੀਂ ਲੈ ਜਾਓ। ਉਹ ਮਹਾਤਮਾ ਜਿੰਨੇ ਸਾਨੂੰ ਲੈ ਗਏ, ਜਿਹੜੇ ਤੀਰਥ 'ਤੇ ਜਾਣ, ਨਾਲੇ ਆਪ ਚੁੱਭਾ ਲਾਉਣ, ਨਾਲੇ ਉਹਨੂੰ ਇਸ਼ਨਾਨ ਕਰਾਉਣ ਲੌਕੀ ਨੂੰ। 68 ਤੀਰਥਾਂ ਤੋਂ ਇਸ਼ਨਾਨ ਕਰਾ ਕੇ ਜਦੋਂ ਵਾਪਸ ਲੈ ਆਏ, ਉਸ ਸਮੇਂ ਜਦੋਂ ਭਗਤ ਜੀ ਨੇ ਸਭ ਨੂੰ ਲੰਗਰ ਪਾਣੀ ਛਕਾਇਆ, ਸੇਵਾ ਕੀਤੀ, ਅਖੀਰ 'ਤੇ ਉਹ ਜਿਹੜੀ ਲੌਕੀ ਸੀ ਉਹਦੀ ਚਟਣੀ ਬਣਾ ਲਈ,
ਕੁੱਟ ਕੇ ਚਟਨੀ ਬਣਾ ਕੇ ਤੇ ਲੋਈ ਜੀ ਨੂੰ ਕਹਿਣ ਲੱਗੇ ਵੀ ਸਭ ਤੋਂ ਮਗਰੋਂ ਇਹ ਵੀ ਵਰਤਾਉਣੀ ਹੈ। ਜਦੋਂ ਉਹ ਵਰਤਾਈ ਗਈ, ਉਹ ਕੌੜੀ ਕੜੱਤਣ ਵਾਲੀ, ਜਿਹੜਾ ਸਾਧੂ ਮੂੰਹ 'ਚ ਪਾਵੇ ਉਹੀ ਬਾਹਰ ਨੂੰ ਆਵੇ ਸਭ ਕੁਝ। ਇਹ ਕੀ ਕੀਤਾ ਭਗਤ ਨੇ? ਕਹਿਣ ਲੱਗੇ ਕਬੀਰ ਜੀ ਇਹ ਸਾਡਾ ਨਿਰਾਦਰ ਕੀਤਾ ਤੁਸੀਂ। ਕਹਿਣ ਲੱਗੇ ਕਿ ਨਹੀਂ, ਇਹ ਤੁਹਾਨੂੰ ਉਪਦੇਸ਼ ਹੈ, ਸਿੱਖਿਆ ਹੈ। ਵੀ ਇਹ ਲੌਕੀ ਗਈ 68 ਤੀਰਥਾਂ 'ਤੇ ਇਸ਼ਨਾਨ ਕਰ ਆਈ, ਇੰਨਾ ਕੁਝ ਕਰ ਆਈ, ਪਰ ਇਹਦੇ ਅੰਦਰੋਂ ਕੜੱਤਣ ਨਹੀਂ ਗਈ, ਇਹਦੇ ਅੰਦਰਲਾ ਸੁਭਾਅ ਨਹੀਂ ਬਦਲਿਆ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਇਹ ਸਰੀਰ ਕੇਵਲ ਲੌਕੀ ਵਾਂਗ ਹੈ, ਬਾਹਰੋਂ ਮਾਂਜੀ ਜਾਓ, ਧੋਈ ਜਾਓ, ਸਵਾਰੀ ਜਾਓ, ਕੱਪੜੇ ਪਾਈ ਜਾਓ, ਪਰ ਜਿਹੜਾ ਮਨ ਹੈ ਉਹ ਤਾਂ ਨਹੀਂ ਸਾਫ਼ ਹੁੰਦਾ। ਮਨ ਦੀ ਕੜੱਤਣ ਜਿਹੜੀ ਹੈ, ਮਨ ਦੇ ਵਿੱਚ ਜਿਹੜਾ ਕ੍ਰੋਧ ਹੈ, ਹੰਕਾਰ ਹੈ, ਉਹ ਦੂਰ ਨਹੀਂ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਹਿਰਦੈ ਕਪਟ ਮੁਖ ਗਿਆਨੀ। ਭਗਤ ਜੀ ਕਹਿੰਦੇ ਕਿ ਹਿਰਦੇ ਦੇ ਅੰਦਰ ਕਪਟ ਛਲ ਹੈ ਅਤੇ ਮੁੱਖ ਦੇ ਵਿੱਚ ਗਿਆਨ ਦੀਆਂ ਬਾਤਾਂ ਹਨ। ਮੁੱਖ ਤੋਂ ਬੜਾ ਗਿਆਨ ਸ਼ਾਸਤਰਾਂ ਦਾ, ਵੇਦਾਂ ਦਾ ਕਥਨ ਕਰਦਾ ਜੀ, ਪਰ ਹਿਰਦੇ ਦੇ ਅੰਦਰ ਤੇਰੇ ਕਪਟ ਛਲ ਹੈ। ਝੂਠੇ ਕਹਾ ਬਿਲੋਵਸ ਪਾਨੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਐਵੇਂ ਝੂਠੀ ਬਿਰਤੀ, ਝੂਠੇ ਕੰਮਾਂ ਦੇ ਵਿੱਚ ਲੱਗ ਕੇ ਤੇ ਬਿਲੋਵਸ ਪਾਣੀ ਨੂੰ ਰਿੜਕ ਰਹੇ ਹੋ। ਜੇ ਕਿਸੇ ਦੀ ਮੱਖਣ ਦੀ ਇੱਛਾ ਹੋਵੇ ਤੇ ਉਹ ਦੁੱਧ ਨੂੰ ਰਿੜਕਦਾ, ਦਹੀਂ ਨੂੰ ਰਿੜਕਦਾ, ਫਿਰ ਉਹਦੇ 'ਚੋਂ ਮੱਖਣ ਨਿਕਲਦਾ। ਅਤੇ ਜੇ ਕੋਈ ਪਾਣੀ 'ਚ ਹੀ ਮਧਾਣੀ ਪਾ ਕੇ ਉਹਨੂੰ ਰਿੜਕੀ ਜਾਏ, ਝੱਗ ਬਣ ਜਾਂਦੀ ਹੈ, ਹੋਰ ਕੁਝ ਨਹੀਂ ਬਣਦਾ, ਪਾਣੀ ਦੇ ਵਿੱਚੋਂ ਮੱਖਣ ਨਹੀਂ ਨਿਕਲਦਾ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿੰਨੇ ਕਰਮ ਕਾਂਡ ਹਨ ਜੋ ਦੱਸੇ ਜਾਂਦੇ ਹੈ, ਜਿਹੜੇ ਕੇਵਲ ਸਰੀਰ ਦੇ ਤਲ 'ਤੇ ਸੀਮਤ ਹਨ, ਜਿਨ੍ਹਾਂ ਦਾ ਸਿਧਾਂਤ, ਜਿਨ੍ਹਾਂ ਦਾ ਉਪਦੇਸ਼ ਕੇਵਲ ਸਰੀਰ ਤੱਕ ਹੈ, ਵੀ ਸਰੀਰ ਇੱਦਾਂ ਕਰ ਲਓ, ਸਰੀਰ ਦੇ ਇਸ਼ਨਾਨ ਕਰਾ ਲਓ, ਸਰੀਰ ਨੂੰ ਸਾਫ ਸੁਥਰਾ ਕਰ ਲਓ, ਨਾ ਆਤਮਾ ਤੱਕ ਗੱਲ ਹੈ, ਨਾ ਮਨ ਦੀ ਪਵਿੱਤਰਤਾ ਤੱਕ ਕੋਈ ਗੱਲ ਹੈ। ਭਗਤ ਜੀ ਕਹਿੰਦੇ ਇਹ ਕੇਵਲ ਪਾਣੀ ਰਿੜਕਣ ਵਾਂਗ ਹੈ। ਇਹਦੇ ਵਿੱਚ ਉਹ ਅਸਲੀ ਪਰਮ ਪਦਵੀ ਰੂਪੀ ਜਿਹੜਾ ਮੱਖਣ ਹੈ ਉਹਦੀ ਜੀਵ ਨੂੰ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਝੂਠੇ ਕਹਾਂ ਬਿਲੋਵਸ ਪਾਨੀ। ਕੀ ਤੁਸੀਂ ਇਹ ਝੂਠੇ ਕੰਮਾਂ ਦੇ ਵਿੱਚ ਲੱਗ ਕੇ ਤੇ ਪਾਣੀ ਨੂੰ ਰਿੜਕ ਰਹੇ ਹੋ? ਕਾਇਆ ਮਾਂਜਸ ਕਉ ਨਾ ਗੁਨਾ। ਕੌਣ ਗੁਣਾ? ਭਗਤ ਜੀ ਕਹਿੰਦੇ ਕਾਇਆ ਜਿਹੜਾ ਸਰੀਰ ਮਾਂਜਣਾ ਹੈ, ਕੌਣ ਗੁਣਾ? ਇਹਦੇ ਵਿੱਚ ਕਿਹੜਾ ਗੁਣ ਅੰਦਰ ਆ ਸਕਦਾ? ਕੋਈ ਸਰੀਰ ਨੂੰ ਮਾਂਜੀ ਜਾਏ, ਉਹਦੇ ਨਾਲ ਕੋਈ ਉਹ ਧਰਮੀ ਨਹੀਂ ਬਣ ਜਾਂਦਾ, ਉਹਦੇ ਅੰਦਰ ਕੋਈ ਸੱਤ, ਸੰਤੋਖ, ਦਇਆ, ਧਰਮ, ਧੀਰਜ, ਵਿਰਾਗ, ਚੰਗੇ ਗੁਣ ਤਾਂ ਨਹੀਂ ਆਉਂਦੇ। ਸਰੀਰ ਨੂੰ ਜਿੰਨਾ ਕੋਈ ਵੱਧ ਸਵਾਰਦਾ, ਵੱਧ ਇਹਦੇ ਨਾਲ ਜੁੜਦਾ, ਓਨਾ ਹੀ ਦੇਹ ਦੀ ਹੰਗਤਾ ਵੱਧ ਫੁਰਦੀ ਹੈ ਕਿ ਮੇਰਾ ਸਰੀਰ ਬੜਾ ਸੁੰਦਰ ਹੈ, ਮੇਰਾ ਸਰੀਰ ਬੜਾ ਤੰਦਰੁਸਤ ਹੈ। ਇਹ ਦੇਹ ਹੈ, ਸਰੀਰ ਹੈ, ਇਹਦੇ ਨਾਲ ਹੋਰ ਜੁੜਦਾ, ਦੇਹ ਦਾ ਅਧਿਆਸ ਹੋਰ ਵੱਧਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਾਇਆ ਮਾਂਜਸ ਕਵਣ ਗੁਣਾ। ਕਾਇਆ ਨੂੰ ਮਾਂਜੀ ਜਾਣਾ, ਸਵਾਰੀ ਜਾਣਾ, ਇਹਦੇ ਵਿੱਚ ਕਿਹੜਾ ਗੁਣ ਅੰਦਰ ਆ ਕੇ ਵਸ ਜਾਂਦਾ ਹੈ? ਜੋ ਘਟ ਭੀਤਰ ਹੈ ਮਲਨਾ। ਕਿਉਂਕਿ ਘਟ ਜਿਹੜਾ ਹਿਰਦਾ ਹੈ ਉਹਦੇ ਅੰਦਰ ਤੇ ਮਲਣਾ ਕਹੀਏ ਮਲੀਨਤਾ ਹੈ। ਜਿਉ ਘਟ ਅੰਤਰ ਹੈ ਮਲਣਾ, ਅੰਦਰ ਜਿਹੜਾ ਹਿਰਦਾ ਹੈ ਉਹ ਮਲੀਨ ਹੈ, ਉਹ ਉਸੇ ਤਰ੍ਹਾਂ ਹੀ ਮੈਲ ਦੇ ਨਾਲ ਭਰਿਆ ਹੈ। ਜਿਵੇਂ ਕੋਈ ਘੜਾ ਹੋਵੇ, ਘੜਾ ਜਿਹੜਾ ਉਹ ਸਾਰਾ ਵਿੱਚੋਂ ਮਲੀਨਤਾ ਨਾਲ, ਗੰਦਗੀ ਨਾਲ ਭਰਿਆ ਹੋਵੇ ਅਤੇ ਬਾਹਰ ਉਹਦੇ 'ਤੇ ਸੋਨੇ ਦੀਆਂ ਪਰਤਾਂ ਚੜ੍ਹਾਈਆਂ ਜਾਣ, ਬਾਹਰੋਂ ਬੜਾ ਚਮਕੇ, ਬੜੀ ਉਹਦੇ 'ਚ ਚਮਕ ਦਮਕ ਹੋਵੇ ਅਤੇ ਅੰਦਰ ਉਹਦੇ ਕੀ ਹੈ, ਇਸ ਚੀਜ਼ ਨੂੰ ਵੇਖਣਾ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਜਿਉ ਘਟ ਭੀਤਰ ਹੈ ਮਲਣਾ। ਜਿਉ ਹਿਰਦੇ ਦੇ ਅੰਦਰ ਜਿਹੜੀ ਮਲੀਨਤਾ ਮੈਲ ਹੈ ਉਹ ਉਸੇ ਤਰ੍ਹਾਂ ਹੀ ਚਿੰਬੜੀ ਬੈਠੀ ਹੈ। ਰਹਾਉ ਲੌਕੀ 68 ਤੀਰਥ ਨਾਈ। ਭਗਤ ਜੀ ਕਹਿੰਦੇ ਜਿਹੜੀ ਇਹ ਲੌਕੀ ਹੈ, ਕੌੜੀ ਹੈ, 68 ਤੀਰਥਾਂ ਦੇ ਇਸ ਨੇ ਇਸ਼ਨਾਨ ਕੀਤਾ ਹੈ। ਕੌਰਾਪਨ ਤਉ ਨਾ ਜਾਈ। ਪਰ ਇਹਦੇ ਅੰਦਰੋਂ ਜਿਹੜਾ ਕੌੜਾਪੁਣਾ ਹੈ, ਕੜੱਤਣ ਜਿਹੜੀ ਹੈ ਉਹ ਦੂਰ ਨਹੀਂ ਹੋ, ਉਸੇ ਤਰ੍ਹਾਂ ਹੀ ਹੈ। ਉਹ ਇਹਦੇ ਵਿੱਚ ਕੌੜਾਪਣ ਉਸੇ ਤਰ੍ਹਾਂ ਹੀ ਹੈ।
ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਸਰੀਰ ਨੂੰ 68 ਤੀਰਥਾਂ ਤੇ ਇਸ਼ਨਾਨ ਕਰਾ ਲਏ, ਹੋਰ ਕਰਮ ਧਰਮ ਜਿੰਨੇ ਉਹ ਕਰਾ ਲਏ, ਪਰ ਭਗਤੀ ਨਹੀਂ ਕੀਤੀ। ਨਾਮ ਨੇ ਜਪਿਆ ਪਰਮੇਸ਼ਰ ਦਾ, ਜਿਹਦੇ ਕਰਕੇ ਸਰੀਰ ਦੇ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਕੜੱਤਣ ਸੀ, ਹੰਕਾਰ ਸੀ, ਕ੍ਰੋਧ ਸੀ, ਹੋਰ ਤਰ੍ਹਾਂ ਤਰ੍ਹਾਂ ਦੀ ਈਰਖਾ, ਤ੍ਰਿਸ਼ਨਾ, ਵਿਕਾਰ, ਇਹ ਖਤਮ ਹੀ ਨਹੀਂ ਹੋਏ। ਇਹ ਕੜੱਤਣ ਜਿਹੜੀ ਹੈ ਉਸੇ ਤਰ੍ਹਾਂ ਹੀ ਫੁਰਦੀ ਹੈ, ਉਸੇ ਤਰ੍ਹਾਂ ਹੀ ਆਪਣੀ ਜ਼ੁਬਾਨ ਤੋਂ ਅਤੇ ਉਸੇ ਤਰ੍ਹਾਂ ਹੀ ਆਪਣੇ ਕਰਮਾਂ ਦੇ ਵਿੱਚੋਂ ਇਹ ਜਿਹੜੀ ਕੜੱਤਣ ਹੈ ਇਹ ਦੂਰ ਨਹੀਂ ਹੁੰਦੀ। ਕਹਿ ਕਬੀਰ ਵਿਚਾਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਆਤਮਾ ਦੀ ਵਿਚਾਰ ਜਿਹੜੀ ਹੈ ਉਸ ਨੂੰ ਕਰੋ। ਮਨ ਦੀ ਜਿਹੜੀ ਪਵਿੱਤਰਤਾ ਕਿਵੇਂ ਹੋਵੇ, ਇਹ ਜਿਹੜੀ ਵਿਚਾਰ ਹੈ ਇਸ ਨੂੰ ਕਰਨਾ ਕਰੋ। ਭਵ ਸਾਗਰ ਤਾਰ ਮੁਰਾਰੀ। ਤੇ ਉਸ ਪ੍ਰਮਾਤਮਾ ਦੇ ਅੱਗੇ ਮੁਰਾਰੀ, ਜੋ ਮੁਰ ਆਦਿਕ ਦੈਂਤਾਂ ਨੂੰ ਮਾਰਨ ਵਾਲਾ, ਜੋ ਹੰਕਾਰ ਨੂੰ ਖਤਮ ਕਰਨ ਵਾਲਾ ਮੁਰਾਰੀ ਪਰਮੇਸ਼ਰ ਹੈ, ਉਹਦੇ ਅੱਗੇ ਬੇਨਤੀਆਂ ਕਰੋ ਕਿ ਭਵ ਸਾਗਰ ਤਾਰ, ਜਿਹੜਾ ਇਹ ਸੰਸਾਰ ਸਮੁੰਦਰ ਹੈ ਇਹਦੇ ਤੋਂ ਸਾਨੂੰ ਤਾਰ ਲੈ। ਇਹ ਸੰਸਾਰ ਸਮੁੰਦਰ ਤੋਂ ਪਰਮੇਸ਼ਰ ਵਾਹਿਗੁਰੂ ਤਾਰ ਸਕਦਾ, ਗੁਰੂ ਤਾਰ ਸਕਦਾ। ਇਸ ਤੋਂ ਤਰਨ ਵਾਸਤੇ ਗੁਰੂ ਦੇ ਅੱਗੇ ਬੇਨਤੀਆਂ ਕਰੀਏ, ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰੀਏ ਅਤੇ ਆਤਮਾ ਦੀ ਵਿਚਾਰ ਕਰੀਏ, ਮਨ ਦੀ ਵਿਚਾਰ ਕਰੀਏ ਕਿ ਮਨ ਜਿਹੜਾ ਇਹ ਕਿਵੇਂ ਪਰਮੇਸ਼ਰ ਦੀ ਭਗਤੀ ਵੱਲ ਆਵੇ, ਇਹਦੇ ਔਗਣ ਕਿਵੇਂ ਦੂਰ ਹੋਣ, ਵਿਕਾਰ ਕਿਵੇਂ ਦੂਰ ਹੋਣ। ਮਨ ਜਿਹੜਾ ਤਰ੍ਹਾਂ ਤਰ੍ਹਾਂ ਦੇ ਫੁਰਨਿਆਂ ਦੇ ਵਿੱਚ ਜਾਂਦਾ, ਵਿਸ਼ੇ ਵਿਕਾਰਾਂ ਵੱਲ ਦੌੜਦਾ, ਉੱਧਰੋਂ ਕਿਵੇਂ ਹਟੇ, ਭਗਤੀ ਵਾਲੇ ਪਾਸੇ ਕਿਵੇਂ ਜੁੜੇ, ਇਹਦੀ ਵਿਚਾਰ ਕਰਕੇ ਭਗਤ ਜੀ ਕਹਿੰਦੇ ਜੀਵਨ ਦੀ ਸਫਲਤਾ ਹੁੰਦੀ ਹੈ। ਇਹਦੇ ਕਰਕੇ ਭਵ ਸਾਗਰ ਤਾਰ ਮੁਰਾਰੀ, ਜਿਹੜਾ ਇਹ ਸੰਸਾਰ ਸਮੁੰਦਰ ਦੀ ਨਿਆਈ ਹੈ ਇਹਦੇ ਤੋਂ ਜੀਵ ਤਰ ਸਕਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਪੜ੍ਹਿਆ ਵਿਚਾਰਿਆ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਪੜ੍ਹਨ ਸੁਣਨ ਵਾਲਿਆਂ ਸਭ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ ਜੀ। ਭੁੱਲ ਚੁੱਕ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਲੋਕੀ 68 ਤੀਰਥ ਨਹਾਈ, ਕੌਰਾ ਪਾਨ ਤਉ ਨਾ ਜਾਈ। ਕਹਿ ਕਬੀਰ ਵਿਚਾਰੀ, ਭਵ ਸਾਗਰ ਤਾਰ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਤੂੰ ਠਾਕੁਰ